BTV देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਅੱਜ ਦਾ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਫਰਾਂਸ 'ਚ ਪਾਬੰਦੀ ਤੋਂ ਬਾਅਦ ਹੁਣ ਕੈਨੇਡਾ ਵੀ ਕਰੇਗਾ ਆਈਫੋਨ 12 ਰੇਡੀਏਸ਼ਨ ਦੀ ਪਾਲਣਾ ਦੀ ਪੁਸ਼ਟੀ। NDP ਲੀਡਰ ਜਗਮੀਤ ਸਿੰਘ ਕਾਰਪੋਰੇਟ ਪਾਵਰਸ ਅਤੇ ਪ੍ਰਾਈਸ ਗਾਊਜ਼ਿੰਗ ਤੇ ਨੱਥ ਪਾਉਣ ਲਈ ਬਿੱਲ ਕਰਨਗੇ ਪੇਸ਼। ਕੋਲਾਈ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਮਾਪਿਆਂ ਨੇ ਜਤਾਈ ਚਿੰਤਾ। ਐਲਬਰਟਾ ਪ੍ਰੀਮੀਅਰ ਨੂੰ ਕੀਤੇ ਸਵਾਲ, ਰੋਕਥਾਮ ਲਈ ਕੀ ਕਰੋਗੇ ਤੁਸੀਂ? ਡੋਨਾਲਡ ਟਰੰਪ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਮੁਸੀਬਤਾਂ 'ਚ ਘਿਰੇ। ਵਾਈਟ ਹਾਊਸ ਨੇ ਰਾਸ਼ਟਰਪਤੀ ਬਾਈਡਨ ਤੇ ਲੱਗੇ ਦੋਸ਼ਾਂ ਨੂੰ ਕੀਤਾ ਰੱਦ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਇਹ ਯਕੀਨੀ ਬਣਾਉਣ ਲਈ ਵਾਧੂ ਉਪਾਅ ਕਰੇਗਾ ਕਿ ਆਈਫੋਨ 12 ਰੇਡੀਓ ਫ੍ਰੀਕੁਐਂਸੀ ਦੇ ਮਨੁੱਖੀ ਐਕਸਪੋਜ਼ਰ ਦੀਆਂ ਸੀਮਾਵਾਂ ਦੀ ਪਾਲਣਾ ਕਰਦਾ ਹੈ ਜਾਂ ਨਹੀਂ। ਕੈਨੇਡਾ ਵੱਲੋਂ ਇਹ ਬਿਆਨ ਉਦੋਂ ਆਇਆ ਜਦੋਂ ਫਰਾਂਸ 'ਚ ਆਈਫੋਨ 12 ਦੀ ਫ੍ਰੀਕੁਐਂਸੀ ਵੱਧ ਹੋਣ ਕਰਕੇ ਆਈਫੋਨ 12 ਨੂੰ ਫਰਾਂਸ ਵਿੱਚ ਬੈਨ ਕਰ ਦਿੱਤਾ ਗਿਆ। ਲੰਘੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਇਨੋਵੇਸ਼ਨ ਸਾਇੰਸ ਅਤੇ ਆਰਥਿਕ ਵਿਕਾਸ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਸਨੇ ਆਖਰੀ ਵਾਰ ਇੱਕ ਰੂਟੀਨ ਨਿਰੀਖਣ ਦੌਰਾਨ ਫਰਵਰੀ ਵਿੱਚ ਆਈਫੋਨ 12 ਦਾ ਆਡਿਟ ਕੀਤਾ ਸੀ। ਏਜੰਸੀ ਨੇ ਕਿਹਾ ਕਿ ਇਸ ਆਡਿਟ ਦੌਰਾਨ ਪ੍ਰਾਪਤ ਹੋਏ ਨਤੀਜੇ ਲਾਗੂ ਰੇਡੀਓ ਫ੍ਰੀਕੁਐਂਸੀ ਸੀਮਾਵਾਂ ਦੀ ਪਾਲਣਾ ਕਰਦੇ ਪਾਏ ਗਏ ਸੀ। ਉਹਨਾਂ ਨੇ ਕਿਹਾ ਕਿ ਆਈਫੋਨ 12 ਬਾਰੇ ਫਰਾਂਸ ਵੱਲੋਂ ਲਈ ਗਈ ਸਥਿਤੀ ਦੇ ਬਾਅਦ ISED ਇਸ ਉਤਪਾਦ ਦੀ ਪਾਲਣਾ ਦੀ ਪੁਸ਼ਟੀ ਕਰਨ ਲਈ ਵਾਧੂ ਉਪਾਅ ਕਰ ਰਿਹਾ ਹੈ। दरअसल लंघे मंगलवार ਨੂੰ ਫਰਾਂਸ ਦੀ ਨੈਸ਼ਨਲ ਫ੍ਰੀਕੁਐਂਸੀ ਏਜੰਸੀ ਨੇ ਐਪਲ ਦੇ ਆਈਫੋਨ ਮਾਡਲ ਦੀ ਵਿਕਰੀ ਬੰਦ ਕਰਨ ਦਾ ਹੁਕਮ ਦਿੱਤਾ, ਜੋ ਕਿ ਪਹਿਲੀ ਵਾਰ 2020 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਇਸ ਖਰਾਬੀ ਨੂੰ ਜਲਦੀ ਠੀਕ ਕਰਨ ਲਈ ਸਾਰੇ ਉਪਲਬਧ ਸਾਧਨਾਂ ਨੂੰ ਲਾਗੂ ਕਰਨ ਜਾਂ ਵਾਪਸ ਬੁਲਾਉਣ ਦੀ ਸਮੀਖਿਆ ਕਰਨ ਲਈ ਕਿਹਾ। ਏਜੰਸੀ ਨੇ ਜਾਂਚ ਵਿੱਚ ਇਹ ਪਾਇਆ ਕਿ ਆਈਫੋਨ 12 ਦੀ 5.74 ਵਾਟ ਪ੍ਰਤੀ ਕਿਲੋਗ੍ਰਾਮ ਦੀ ਇੱਕ ਖਾਸ ਸਥਾਈ ਦਰ, ਜਿਸ ਨੂੰ SAR ਵੀ ਕਿਹਾ ਜਾਂਦਾ ਹੈ, ਤੇ ਜਦੋਂ ਉਪਭੋਗਤਾ ਦੇ ਹੱਥ ਜਾਂ ਜੇਬ ਵਿੱਚ ਜਾਂਦਾ ਹੈ, EU ਦੀ 4 ਵਾਟ ਪ੍ਰਤੀ ਕਿਲੋਗ੍ਰਾਮ ਦੀ ਸੀਮਾ ਇਸ ਤੋਂ ਉੱਪਰ ਚਲੀ ਜਾਂਦੀ ਹੈ। SAR ਇੱਕ ਮਾਪ ਹੈ ਜੋ ਇਹ ਦੇਖਦਾ ਹੈ ਕਿ ਜਦੋਂ ਫੋਨ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਮਨੁੱਖੀ ਸਰੀਰ ਦੁਆਰਾ ਕਿੰਨੀ ਊਰਜਾ ਸਮਾਈ ਜਾਂਦੀ ਹੈ। ਫਰਾਂਸ ਨੇ ਹਾਲ ਹੀ ਵਿੱਚ 141 ਫੋਨ ਮਾਡਲਾਂ ਦੀ ਜਾਂਚ ਕੀਤੀ, ਜਿਸ ਵਿੱਚ ਆਈਫੋਨ 12 ਵੀ ਸ਼ਾਮਲ ਹੈ ਅਤੇ ਫੋਨ ਮਾਡਲ ਦੇ 2 ਮੁੱਖ ਟੈਸਟਾਂ ਵਿੱਚੋਂ ਇੱਕ ਅਸਫਲ ਹੋਣ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ। ਹਾਲਾਂਕਿ ਮਿਲੀ ਮਾਤਰਾ ਅਜੇ ਵੀ ਮਨੁੱਖਾਂ ਲਈ ਹਾਨੀਕਾਰਕ ਹੋਣ ਨਾਲੋਂ ਮਹੱਤਵਪੂਰਨ ਤੌਰ ਤੇ ਘੱਟ ਹੈ। ਫਰਾਂਸ ਦੇ ਡਿਜੀਟਲ ਪਰਿਵਰਤਨ ਮੰਤਰੀ ਜੀਨ ਨੋਇਲ ਬੈਰੋਟ ਨੇ ਕਿਹਾ ਕਿ ਰੇਡੀਏਸ਼ਨ ਲਈ ਯੂਰੋਪੀਅਨ ਯੂਨੀਅਨ ਦੀਆਂ ਥ੍ਰੈਸ਼ਹੋਲਡਾਂ ਅਧਿਐਨਾਂ ਤੋਂ 10 ਗੁਣਾ ਘੱਟ ਹਨ, ਜੋ ਉਪਭੋਗਤਾ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ISED ਨੇ ਕਿਹਾ ਕਿ ਕੈਨੇਡਾ ਨੇ ਸਾਰੇ ਜਾਣੇ ਪਛਾਣੇ ਮਾੜੇ ਸਿਹਤ ਪ੍ਰਭਾਵਾਂ ਲਈ ਥ੍ਰੈਸ਼ਹੋਲਡ ਤੋਂ ਬਹੁਤ ਹੇਠ ਸੀਮਾਵਾਂ ਨਿਰਧਾਰਿਤ ਕੀਤੀਆਂ ਹਨ। ਇਸ ਵਿੱਚ ਅੰਗਾਂ ਲਈ ਪ੍ਰਤੀ ਕਿਲੋਗ੍ਰਾਮ 4 ਵਾਟ ਦੀ ਸੀਮਾ ਹੈ, ਜੋ ਕਿ EU ਦੇ ਬਰਾਬਰ ਹੈ। ਏਜੰਸੀ ਨੇ ਚੇਤਾਵਨੀ ਦਿੱਤੀ ਸੀ ਕਿ ਫਰਾਂਸ ਦੀਆਂ ਕੁਝ ਲੋੜਾਂ ਕੈਨੇਡਾ ਦੀਆਂ ਲੋੜਾਂ ਨਾਲੋਂ ਵੱਖਰੀਆਂ ਹੋ ਸਕਦੀਆਂ ਹਨ, ਇਸ ਲਈ ਇਸ ਦੀ ਪਾਲਣਾ ਨਾ ਕਰਨ ਦਾ ਕੈਨੇਡਾ ਵਿੱਚ ਆਪਣੇ ਆਪ 'ਚ ਹੀ ਮਤਲਬ ਨਹੀਂ ਹੈ। ISED ਨੇ ਕਿਹਾ ਕਿ ਕੈਨੇਡਾ ਵਿੱਚ ਸੈੱਲਫੋਨ ਸੁਰੱਖਿਆ ਲਈ ਦੁਨੀਆ ਵਿੱਚ ਸਭ ਤੋਂ ਔਖੇ ਮਾਪਦੰਡ ਹਨ। ISED ਦੇ ਅਨੁਸਾਰ ਹਰੇਕ ਡਿਵਾਈਸ ਨੂੰ ਵੇਚਣ ਤੋਂ ਪਹਿਲਾਂ ਸਖਤ ਟੈਸਟਿੰਗ ਅਤੇ ਇੱਕ ਪ੍ਰਮਾਣੀਕਰਨ ਪ੍ਰਕਿਰਿਆ ਨੂੰ ਪਾਸ ਕਰਨ ਦੀ ਲੋੜ ਹੁੰਦੀ ਹੈ ਅਤੇ ਬਾਅਦ ਵਿੱਚ ਉਹਨਾਂ ਦਾ ਨਿਯਮਿਤ ਤੌਰ ਤੇ ਆਡਿਟ ਕੀਤਾ ਜਾਂਦਾ ਹੈ। ਏਜੰਸੀ ਨੇ ਕਿਹਾ ਕਿ ਜੇ ਸਰਕਾਰ ਨੂੰ ਕੈਨੇਡਾ ਵਿੱਚ ਸੁਰੱਖਿਆ ਸੀਮਾਵਾਂ ਤੋਂ ਵੱਧ ਐਕਸਪੋਜ਼ਰ ਪੱਧਰਾਂ ਵਾਲੇ ਉਪਕਰਨ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਸਰਕਾਰ ਕੈਨੇਡੀਅਨਸ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰੇਗੀ। ਬੈਰੋਟ ਨੇ ਕਿਹਾ ਕਿ ਐਪਲ ਫਰਾਂਸ ਵਿੱਚ ਵਾਪਸੀ ਤੋਂ ਬਚਣ ਦੇ ਯੋਗ ਹੋ ਸਕਦਾ ਹੈ ਜੇਕਰ ਇਹ ਇੱਕ ਸੌਫਟਵੇਅਰ ਅਪਡੇਟ ਨਾਲ ਇਸ ਮੁੱਦੇ ਨੂੰ ਹੱਲ ਕਰ ਸਕਦਾ ਹੈ। ਫਰਾਂਸ ਨੇ ਆਪਣੀ ਜਾਂਚ 'ਚ ਪਾਇਆ ਕਿ ਆਈਫੋਨ 12 EU ਦੀ 2 ਵਾਟ ਪ੍ਰਤੀ ਕਿਲੋਗ੍ਰਾਮ ਦੀ ਸੀਮਾ ਦੇ ਅਨੁਕੂਲ ਸੀ ਜਦੋਂ ਇਸ ਨੂੰ ਬੈਗ ਜਾਂ ਜੈਕਟ ਵਿੱਚ ਲਿਜਾਇਆ ਜਾਂਦਾ ਸੀ। ਤੁਹਾਨੂੰ ਦੱਸ ਦਈਏ ਕਿ ਐਪਲ ਹੁਣ ਆਈਫੋਨ 12 ਨੂੰ ਨਹੀਂ ਵੇਚਦਾ, ਪਰ ਇਸ ਨੂੰ ਸੈਕਿੰਡ ਹੈਂਡ ਜਾਂ Amazon ਵਰਗੇ ਥਰਡ ਪਾਰਟੀ ਰਿਟੇਲਰਾਂ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਹਾਲ ਹੀ 'ਚ ਆਪਣੇ ਨਵੇਂ ਮਾਡਲ ਆਈਫੋਨ 15 ਦਾ ਵੀ ਐਲਾਨ ਕੀਤਾ ਹੈ। ਐਲਬਰਟਾ ਦੇ ਕੈਲਗਰੀ ਅਤੇ ਇਸ ਦੇ ਆਲੇ ਦੁਆਲੇ ਡੇ ਕੇਅਰਸ ਵਿੱਚ ਕੋਲਾਈ ਦਾ ਪ੍ਰਕੋਪ ਫੈਲਣ ਤੋਂ ਬਾਅਦ ਹੁਣ ਇਸ ਮੁੱਦੇ ਨੂੰ ਲੈ ਕੇ ਸਸਕੈਚੁਅਨ 'ਚ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਸਸਕੈਚੁਅਨ ਵਿੱਚ ਕੋਲਾਈ ਵਾਇਰਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਜ਼ਿਕਰਯੋਗ ਹੈ ਕਿ ਐਲਬਰਟਾ ਹੈਲਥ ਸਰਵਿਸਿਜ਼ ਨੇ ਕੈਲਗਰੀ ਦੇ 6 ਡੇ ਕੇਅਰਸ ਅਤੇ 5 ਵਾਧੂ ਸਾਈਟਾਂ, ਜਿਨ੍ਹਾਂ ਵਿੱਚ ਕੇਂਦਰੀ ਰਸੋਈ ਸਾਂਝੀ ਹੈ, ਵਿੱਚ ਕੋਲਾਈ ਦੇ ਪ੍ਰਕੋਪ ਦਾ ਐਲਾਨ ਕੀਤਾ ਸੀ। AHS ਨੇ ਪਿਛਲੇ ਹਫ਼ਤੇ ਫੈਲਣ ਦੀ ਪੁਸ਼ਟੀ ਕੀਤੀ ਸੀ। AHS ਨੇ 5 ਸਤੰਬਰ ਨੂੰ ਕਿਹਾ ਕਿ ਪ੍ਰਕੋਪ ਨਾਲ ਜੁੜੇ 56 ਲੈਬ ਪੁਸ਼ਟੀ ਕੇਸ ਸਨ, ਜਿਸ ਵਿੱਚ 15 ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 50 ਹੋਰ ਬੱਚੇ ਉਸ ਸਮੇਂ ਹਸਪਤਾਲ ਵਿੱਚ ਚੈੱਕਅਪ ਲਈ ਪਹੁੰਚੇ ਸੀ। ਜਨਤਕ ਸਿਹਤ ਅਥਾਰਟੀ ਨੇ ਕਿਹਾ ਕਿ ਕੁੱਲ 11 ਸਾਈਟਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕੋਲਾਈ ਦੀ ਲਾਗ ਦੇ ਲੱਛਣਾਂ ਵਿੱਚ ਬੁਖਾਰ, ਪੇਟ ਵਿੱਚ ਦਰਦ, ਉਲਟੀਆਂ ਅਤੇ ਪਾਣੀ ਜਾਂ ਖੂਨੀ ਦਸਤ ਸ਼ਾਮਲ ਹੋ ਸਕਦੇ ਹਨ। ਗੰਭੀਰ ਬਿਮਾਰੀ ਲਈ ਕਈ ਵਾਰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਹੋ ਸਕਦੀ ਹੈ। ਡੀਨ ਡੋਸ ਸਸਕੈਟੂਨ ਵਿੱਚ YMCA ਲਈ CEO ਹੈ ਅਤੇ ਕਿਹਾ ਕਿ ਉਹਨਾਂ ਦੇ ਲਾਇਸੈਂਸਸ਼ੁਦਾ ਚਾਈਲਡ ਕੇਅਰ ਵਿੱਚ 300 ਤੋਂ ਵੱਧ ਬੱਚੇ ਹਨ।
ਉਹਨਾਂ ਨੇ ਕਿਹਾ ਕਿ ਸਾਡੇ ਕੋਲ ਚਾਈਲਡ ਕੇਅਰ ਹਨ ਜੋ 35 ਸਪੇਸ ਤੋਂ 90 ਸਪੇਸ ਵਿੱਚ ਮੌਜੂਦ ਹਨ। ਡੇਜ਼ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਲਈ ਦਿਨ ਭਰ ਨਾਸ਼ਤਾ, ਦੁਪਹਿਰ ਦਾ ਖਾਣਾ, ਸਨੈਕਸ ਤਿਆਰ ਕਰਦੇ ਹਨ ਜੋ ਕਿ ਪੇਸ਼ੇਵਰ ਰਸੋਈਏ ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਹ ਇੱਕ ਉੱਚ ਨਿਯੰਤਰਿਤ ਉਦਯੋਗ ਹੈ। ਡੈਸ ਨੇ ਕਿਹਾ ਕਿ ਕੈਲਗਰੀ ਵਿੱਚ ਸਥਿਤੀ ਬਹੁਤ ਹੀ ਨਿਰਾਸ਼ਾਜਨਕ ਸੀ, ਜਿਸ ਵਿੱਚ 300 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਸਨ। ਜੋ ਭੋਜਨ ਅਸੀਂ ਪੈਦਾ ਕਰਦੇ ਹਾਂ ਉਹ ਉਸ ਕੇਂਦਰ ਵਿੱਚ ਰਹਿੰਦਾ ਹੈ। ਅਸੀਂ ਭੋਜਨ ਦੀ ਢੋਆ ਢੁਆਈ ਨਹੀਂ ਕਰਦੇ, ਜਿਸ ਨਾਲ ਭੋਜਨ ਦੀ ਢੋਆ ਢੁਆਈ ਦਾ ਜੋਖਮ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਬੱਚੇ ਬਿਮਾਰ ਹੁੰਦੇ ਹਨ ਤਾਂ ਉਹ ਚਾਈਲਡ ਕੇਅਰ ਵਿੱਚ ਨਹੀਂ ਆਉਂਦੇ ਅਤੇ ਜੇਕਰ ਕੋਈ ਬੱਚਾ ਚਾਈਲਡ ਕੇਅਰ ਵਿੱਚ ਬਿਮਾਰ ਹੋ ਜਾਂਦਾ ਹੈ ਤਾਂ ਮਾਪਿਆਂ ਨੂੰ ਸਟਾਫ ਦੁਆਰਾ ਸੰਪਰਕ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਦੀ ਦੇਖਭਾਲ ਕੀਤੀ ਜਾ ਸਕੇ। ਡੈਸ ਨੇ ਸਮਝਾਇਆ ਕਿ ਉਹ ਹਰ ਸਾਲ ਲਾਇਸੈਂਸਿੰਗ ਅਤੇ ਨਿਰੀਖਣ ਵਿੱਚੋਂ ਲੰਘਦੇ ਹਨ ਜੋ ਇੱਕ ਬਹੁਤ ਵਿਆਪਕ ਪ੍ਰਕਿਰਿਆ ਹੈ। ਉਹਨਾਂ ਨੇ ਕਿਹਾ ਕਿ ਨਿਰੀਖਣ ਵਿੱਚ ਭੱਠੀ ਅਤੇ ਬਾਇਲਰ ਨਿਰੀਖਣ, ਅੱਗ ਬੁਝਾਊ ਯੰਤਰ ਨਿਰੀਖਣ ਅਤੇ ਰਸੋਈ ਅਤੇ ਭੋਜਨ ਦੇ ਪ੍ਰਬੰਧ ਦੇ ਨਿਰੀਖਣ ਵਰਗੀਆਂ ਚੀਜ਼ਾਂ ਸ਼ਾਮਲ ਹਨ। ਸਸਕੈਚੁਅਨ ਹੈਲਥ ਅਥਾਰਟੀ ਪਬਲਿਕ ਹੈਲਥ ਇੰਸਪੈਕਟਰਾਂ ਦੁਆਰਾ ਲਾਇਸੈਂਸਸ਼ੁਦਾ ਚਾਈਲਡ ਕੇਅਰ ਸੈਂਟਰਾਂ ਦੀ ਸਾਲਾਨਾ ਜਾਂਚ ਕੀਤੀ ਜਾਂਦੀ ਹੈ। ਆਮ ਸਵੱਛਤਾ, ਸੰਕਰਮਣ ਨਿਯੰਤਰਣ ਉਪਾਅ ਅਤੇ ਭੋਜਨ ਸੇਵਾਵਾਂ ਦਾ ਮੁਲਾਂਕਣ ਸਥਾਪਿਤ ਮਾਪਦੰਡਾਂ ਦੇ ਆਧਾਰ ਤੇ ਨਿਰੀਖਣ ਦੌਰਾਨ ਕੀਤਾ ਜਾਂਦਾ ਹੈ। ਮੰਤਰਾਲੇ ਨੇ ਨੋਟ ਕੀਤਾ ਕਿ ਸਸਕੈਟੂਨ ਵਿੱਚ ਬੱਚਿਆਂ ਦੀ ਦੇਖਭਾਲ ਦੀਆਂ ਸਹੂਲਤਾਂ ਜੋ ਕੈਲਗਰੀ ਖੇਤਰ ਵਿੱਚ ਬੰਦ ਕੀਤੀਆਂ ਗਈਆਂ ਸੁਵਿਧਾਵਾਂ ਨਾਲ ਜੁੜੀਆਂ ਹੋਈਆਂ ਹਨ ਦੀ ਪਿਛਲੇ ਹਫ਼ਤੇ 2 ਹਫ਼ਤਿਆਂ ਵਿੱਚ ਜਾਂਚ ਕੀਤੀ ਗਈ ਸੀ, ਪਰ ਨੋਟ ਕੀਤਾ ਗਿਆ ਸੀ ਕਿ ਕੋਈ ਸਮੱਸਿਆ ਨਹੀਂ ਆਈ। ਜੇਕਰ ਚਾਈਲਡ ਕੇਅਰ ਸੈਂਟਰ ਦੇ ਨਿਰੀਖਣ ਦੌਰਾਨ ਕੋਈ ਸਮੱਸਿਆ ਪਾਈ ਜਾਂਦੀ ਹੈ ਤਾਂ ਇਹ ਕੇਂਦਰ ਦੇ ਅੰਦਰ ਜਨਤਕ ਤੌਰ ਤੇ ਉਪਲਬਧ ਕੇਂਦਰ ਦੇ ਭੌਤਿਕ ਲਾਇਸੈਂਸ ਤੇ ਦਰਸਾਈ ਜਾਂਦੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਕਾਰਪੋਰੇਟ ਪਾਵਰਸ ਅਤੇ ਕੀਮਤਾਂ ਵਧਾਉਣ ਵਰਗੀਆਂ ਪ੍ਰਥਾਵਾਂ ਨੂੰ ਨੱਥ ਪਾਉਣ ਲਈ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇੱਕ ਬਿੱਲ ਪੇਸ਼ ਕਰਕੇ ਪਤਨ ਦੀ ਸ਼ੁਰੂਆਤ ਕਰਨਗੇ। ਜਾਣਕਾਰੀ ਮੁਤਾਬਕ ਜਦੋਂ ਜੂਨ ਤੋਂ ਬਾਅਦ ਪਹਿਲੀ ਵਾਰ ਹਾਊਸ ਆਫ ਕਾਮਨਸ ਮੁੜ ਸ਼ੁਰੂ ਹੋਵੇਗਾ, ਸਿੰਘ ਲੋਅਰਿੰਗ ਪ੍ਰਾਈਸਸ ਫॉर ਕੈਨੇਡੀਅਨਸ ਐਕਟ ਨਾਮਕ ਇੱਕ ਪ੍ਰਾਈਵੇਟ ਮੈਂਬਰਾਂ ਦਾ ਬਿੱਲ ਪੇਸ਼ ਕਰਨਗੇ, ਜਿਸ ਬਾਰੇ ਜਾਣਕਾਰੀ ਉਹਨਾਂ ਦੇ ਦਫ਼ਤਰ ਦੇ ਇੱਕ ਸੀਨੀਅਰ ਸੂਤਰ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਬਿੱਲ ਕੈਨੇਡਾ ਦੇ ਕੰਪੀਟੀਸ਼ਨ ਐਕਟ ਵਿੱਚ 3 ਮੁੱਖ ਤਰੀਕਿਆਂ ਨਾਲ ਬਦਲਾਅ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿੱਚ ਪ੍ਰਤੀਯੋਗੀ ਬਿਊਰੋ ਨੂੰ ਪ੍ਰਾਈਸ ਗਾਊਜ਼ਿੰਗ ਦੇ ਕਾਰਵਾਈ ਕਰਨ ਦੀ ਇਜਾਜ਼ਤ ਦੇਣਾ, ਜੋ ਕਿ EU ਅਤੇ ਆਸਟ੍ਰੇਲੀਆ ਵਿੱਚ ਮੁੱਲ ਫਿਕਸਿੰਗ ਅਤੇ ਓਵਰਚਾਰਜਿੰਗ ਵਰਗੇ ਅਭਿਆਸਾਂ ਲਈ ਵਧੇ ਹੋਏ ਜੁਰਮਾਨੇ ਦੇ ਨਾਲ ਸੰਬੰਧਿਤ ਹੈ। ਸੂਤਰ ਨੇ ਨੋ ਫॉर ਐਟਰੀਬਿਊਸ਼ਨ ਦੇ ਆਧਾਰ ਤੇ ਬੋਲਦੇ ਹੋਏ ਇੱਕ ਮੀਡੀਆ ਚੈਨਲ ਨੂੰ ਦੱਸਿਆ ਕਿ ਇਹ ਬਿੱਲ ਕੰਪੀਟੀਸ਼ਨ ਬਿਊਰੋ ਦੁਆਰਾ ਕੀਤੀਆਂ ਗਈਆਂ ਸਿਫਾਰਸ਼ਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ, ਜੋ ਕਿ ਇੱਕ ਸੁਤੰਤਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਜੋ ਕੈਨੇਡਾ ਵਿੱਚ ਮੁਕਾਬਲੇ ਦੀ ਸੁਰੱਖਿਆ ਅਤੇ ਉਤਸ਼ਾਹਿਤ ਕਰਨ ਦੇ ਕੇਂਦਰਿਤ ਹੈ ਅਤੇ ਨਾਲ ਹੀ ਇਹ ਇੱਕ ਕੈਨੇਡੀਅਨ ਵਿਰੋਧੀ ਏਕਾਧਿਕਾਰ ਪ੍ਰੋਜੈਕਟ ਹੈ। ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕੈਨੇਡਾ ਦੀਆਂ ਅਮੀਰ ਕਾਰਪੋਰੇਸ਼ਨਾਂ ਅਤੇ ਉਹਨਾਂ ਦੀਆਂ ਸ਼ਕਤੀਆਂ ਤੇ ਨਜ਼ਰ ਰੱਖੀ ਹੈ, ਪਰ ਪਿਛਲੇ ਹਫ਼ਤੇ ਐਨਡੀਪੀ ਕਾਕਸ ਨੂੰ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਖਾਸ ਤੌਰ ਤੇ ਲਾਲਚੀ ਸੀਈਓਜ਼ ਨਾਲ ਲੜਨ ਦਾ ਵਾਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ 6 ਸਤੰਬਰ ਨੂੰ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਾਰਪੋਰੇਟ ਲਾਲਚ ਮਹਿੰਗਾਈ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਲਈ ਸਾਨੂੰ ਲੜਨ ਦੀ ਲੋੜ ਹੈ। ਲੋਕ ਉਦੋਂ ਗੁੱਸੇ ਹੋ ਜਾਂਦੇ ਹਨ ਜਦੋਂ ਉਹ ਦੇਖਦੇ ਹਨ ਕਿ ਉਹਨਾਂ ਲਈ ਇਸ ਨੂੰ ਪੂਰਾ ਕਰਨਾ ਕਿੰਨਾ ਔਖਾ ਹੈ, ਜਦੋਂ ਕਿ ਦੂਸਰੇ ਪਹਿਲਾਂ ਨਾਲੋਂ ਬਿਹਤਰ ਜ਼ਿੰਦਗੀ ਜੀ ਰਹੇ ਹਨ। ਜਦੋਂ ਮੈਂ ਉਹਨਾਂ ਲੋਕਾਂ ਨਾਲ ਗੱਲ ਕਰਦਾ ਹਾਂ ਜੋ ਰਹਿਣ ਸਹਿਣ ਦੀ ਲਾਗਤ ਨੂੰ ਲੈ ਕੇ ਗੁੱਸੇ ਵਿੱਚ ਹਨ, ਇਹ ਮੈਨੂੰ ਉਹਨਾਂ ਲਈ ਸਖਤ ਮਿਹਨਤ ਕਰਨ ਅਤੇ ਆਟੋਆਂ ਨੂੰ ਅਮੀਰਾਂ ਅਤੇ ਤਾਕਤਵਰਾਂ ਦੀ ਬਜਾਏ ਉਹਨਾਂ ਲਈ ਕੰਮ ਕਰਨ ਲਈ ਮਜਬੂਰ ਕਰਦਾ ਹੈ। ਜਾਣਕਾਰੀ ਮੁਤਾਬਕ ਪ੍ਰਾਈਵੇਟ ਮੈਂਬਰਾਂ ਦੇ ਬਿੱਲ ਨੂੰ ਇੱਕ ਸੰਸਦ ਮੈਂਬਰ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ ਅਤੇ ਸਦਨ ਵਿੱਚ ਸਰਕਾਰੀ ਕਾਨੂੰਨ ਵਾਂਗ ਹੀ ਅੱਗੇ ਵਧਦਾ ਹੈ, ਪਰ ਇੱਕ ਵੱਖਰੇ ਅਨੁਸੂਚੀ ਤੇ। ਹਰੇਕ ਸੰਸਦ ਦੇ ਸ਼ੁਰੂ ਵਿੱਚ ਸੰਸਦ ਮੈਂਬਰ PMB ਲੋਟਰੀ ਵਿੱਚ ਆਪਣੀ ਸਥਿਤੀ ਦਾ ਪਤਾ ਲਗਾਉਣ ਲਈ ਨੰਬਰ ਕਰਦੇ ਹਨ। ਉਹਨਾਂ ਦੀ ਗਿਣਤੀ ਜਿੰਨੀ ਘੱਟ ਹੋਵੇਗੀ, ਉਨੀ ਹੀ ਪਹਿਲਾਂ ਉਹਨਾਂ ਕੋਲ ਆਪਣੀ ਪਸੰਦ ਦਾ ਬਿੱਲ ਪੇਸ਼ ਕਰਨ ਦਾ ਮੌਕਾ ਹੋਵੇਗਾ। ਸੰਸਦ ਮੈਂਬਰ ਅਕਸਰ ਬਿੱਲ ਦੇ ਪਾਸ ਹੋਣ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਆਪਣੇ ਹਲਕੇ ਦੇ ਨਜ਼ਦੀਕੀ ਮੁੱਦਿਆਂ ਜਾਂ ਹੋਰ ਵਿਆਪਕ ਤੌਰ ਤੇ ਸਹਿਮਤ ਉਦੇਸ਼ਾਂ ਨੂੰ ਚੁਣਦੇ ਹਨ। ਜਗਮੀਤ ਸਿੰਘ ਦੀ ਇਸ ਬਿੱਲ ਨੂੰ ਪੇਸ਼ ਕਰਨ ਦੀ ਵਾਰੀ ਅਗਲੇ ਹਫ਼ਤੇ ਆ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬਿੱਲ ਤੇ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਬਹਿਸ ਦਾ ਪਹਿਲਾ ਘੰਟਾ ਜਗਮੀਤ ਸਿੰਘ ਨੂੰ ਦਿੱਤਾ ਜਾਵੇਗਾ। ਕੈਲਗਰੀ ਡੇ ਕੇਅਰਸ ਵਿੱਚ ਈਕੋਲਾਈ ਦੇ ਪ੍ਰਕੋਪ ਦੁਆਰਾ ਸੰਕਰਮਿਤ ਬੱਚਿਆਂ ਦੇ ਮਾਪੇ ਐਲਬਰਟਾ ਦੇ ਪ੍ਰੀਮੀਅਰ ਤੋਂ ਇਸ ਬਾਰੇ ਜਾਣਨਾ ਚਾਹੁੰਦੇ ਹਨ ਕਿ ਉਹ ਬੱਚਿਆਂ ਅਤੇ ਪਰਿਵਾਰਾਂ ਦੀ ਰੱਖਿਆ ਕਰਨ ਦੀ ਯੋਜਨਾ ਕਿਵੇਂ ਬਣਾ ਰਹੀ ਹੈ। ਪ੍ਰੀਮੀਅਰ ਦੇ ਦਫ਼ਤਰ ਨੂੰ ਭੇਜੇ ਗਏ ਇੱਕ ਖੁੱਲੇ ਪੱਤਰ ਵਿੱਚ ਮਾਪਿਆਂ ਨੇ ਸਵਾਲ ਕੀਤਾ ਕਿ ਉਹਨਾਂ ਨੇ ਪ੍ਰੀਮੀਅਰ ਡੈਨੀਅਲ ਸਮਿਥ ਦੀਆਂ ਜਨਤਕ ਟਿੱਪਣੀਆਂ ਕਿਉਂ ਨਹੀਂ ਸੁਣੀਆਂ। ਮਾਪਿਆਂ ਨੇ 10 ਸਤੰਬਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੰਦੇ ਹੋਏ ਲਿਖਿਆ, ਯਕੀਨਨ ਸਾਡੇ ਬੱਚਿਆਂ ਦਾ ਦੁੱਖ ਇੱਕ ਟਵੀਟ ਨਾਲੋਂ ਵਧੇਰੇ ਸੰਚਾਰ ਦੇ ਯੋਗ ਹਨ। ਮਾਪਿਆਂ ਨੇ ਕਿਹਾ ਕਿ ਜਦੋਂ ਅਗਸਤ ਦੇ ਅੰਤ ਵਿੱਚ ਉਹਨਾਂ ਦੇ ਬੱਚੇ ਬਿਮਾਰ ਹੋਣੇ ਸ਼ੁਰੂ ਹੋ ਗਏ ਸਨ, ਜਿਸ ਵਿੱਚ ਖੂਨੀ ਦਸਤ ਅਤੇ ਬੱਚੇ ਦਰਦ ਵਿੱਚ ਚੀਕਦੇ ਹੋਏ ਉਹਨਾਂ ਦਾ ਆਪਣਾ ਮਾਸਕ ਲਗਾਉਂਦੇ ਹਨ, ਡੇ ਕੇਅਰ ਸੰਬੰਧਿਤ ਈਕੋਲਾਈ ਦੀ ਲਾਗ ਦੀ ਸਤੰਬਰ 3 ਦੀ ਸੂਚਨਾ ਆਈ ਸੀ।
ਮਾਪੇ ਇਸ ਨੂੰ ਲੈ ਕੇ ਹੈਰਾਨ ਹਨ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਡੇ ਕੇਅਰ ਤੇ ਭਰੋਸਾ ਕੀਤਾ ਸੀ। ਮਾਪਿਆਂ ਨੇ ਲਿਖਿਆ, ਅਸੀਂ ਉਹਨਾਂ ਦੇ ਦੋਸਤਾਂ ਅਤੇ ਸਾਥੀ ਮਾਪਿਆਂ ਨਾਲ ਐਮਰਜੈਂਸੀ ਕਮਰਿਆਂ ਵਿੱਚ ਬੈਠੇ ਹੈਰਾਨ ਰਹਿ ਗਏ ਅਤੇ ਜਵਾਬ ਲੱਭ ਰਹੇ ਸੀ। ਸਾਡੇ ਕੁਝ ਬੱਚਿਆਂ ਨੂੰ ਹੀਮੋਲਾਈਟਿਕ ਯੂਰੇਮਿਕ ਸਿੰਡਰੋਮ ਵਿਕਸਿਤ ਹੋ ਗਿਆ। ਉਹਨਾਂ ਵਿੱਚੋਂ ਕੁਝ ਦੇ ਗੁਰਦੇ ਖਰਾਬ ਹਨ ਅਤੇ ਕੁਝ ਨੂੰ ਖੂਨ ਚੜਾਇਆ ਜਾ ਰਿਹਾ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਹਸਪਤਾਲ ਵਿੱਚ ਦਾਖਲ ਹਨ ਅਤੇ ਬਹੁਤ ਬਿਮਾਰ ਹਨ। ਐਲਬਰਟਾ ਹੈਲਥ ਸਰਵਿਸਿਜ਼ ਨੇ 4 ਸਤੰਬਰ ਨੂੰ ਇਸ ਪ੍ਰਕੋਪ ਦਾ ਐਲਾਨ ਕੀਤਾ ਅਤੇ ਬੁੱਧਵਾਰ ਨੂੰ ਅਧਿਕਾਰੀਆਂ ਨੇ ਕਿਹਾ ਕਿ 20 ਬੱਚਿਆਂ ਵਿੱਚ HUS ਦੀ ਜਾਂਚ ਕੀਤੀ ਗਈ ਸੀ ਅਤੇ 7 ਡਾਇਲਿਸਿਸ ਤੇ ਹਨ। ਮਾਪਿਆਂ ਨੇ 12 ਸਤੰਬਰ ਨੂੰ ਇੱਕ ਸੂਬਾਈ ਅਪਡੇਟ ਨਾਲ ਅਸੰਤੁਸ਼ਟੀ ਜ਼ਾਹਰ ਕੀਤੀ, ਜਿਸ ਵਿੱਚ ਸਿਹਤ ਮੰਤਰੀ, ਬਾਲ ਅਤੇ ਪਰਿਵਾਰ ਸੇਵਾਵਾਂ ਦੇ ਮੰਤਰੀ, ਸਿਹਤ ਦੇ ਮੁੱਖ ਮੈਡੀਕਲ ਅਫਸਰ ਅਤੇ ਐਲਬਰਟਾ ਚਿਲਡਰਨ ਹਸਪਤਾਲ ਦੇ ਇੱਕ ਸੈਕਸ਼ਨ ਮੁਖੀ ਸ਼ਾਮਲ ਸਨ। ਖੁੱਲੇ ਪੱਤਰ ਵਿੱਚ ਲਿਖਿਆ ਗਿਆ ਕਿ ਹਾਲੀਆ ਪ੍ਰੈਸ ਕਾਨਫਰੰਸ ਨੇ ਇਸ ਸਥਿਤੀ ਦਾ ਢੁਕਵਾਂ ਜਵਾਬ ਦੇਣ ਦੀ ਸਰਕਾਰ ਦੀ ਯੋਗਤਾ ਵਿੱਚ ਸਾਡਾ ਭਰੋਸਾ ਮੁੜ ਪ੍ਰਾਪਤ ਕਰਨ ਲਈ ਕੁਝ ਵੀ ਪ੍ਰਗਟ ਨਹੀਂ ਕੀਤਾ। ਇੱਕ ਮੀਡੀਆ ਕੰਪਨੀ ਨਾਲ ਇੰਟਰਵਿਊ 'ਚ ਗੱਲ ਕਰਦੇ ਹੋਏ ਸਿਹਤ ਮੰਤਰੀ ਐਡਰੀਆਨਾ ਲਾਗਰੇਜ਼ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਐਲਬਰਟਾ ਚਿਲਡਰਨ ਹਸਪਤਾਲ ਗਈ ਸੀ ਅਤੇ ਸਿਹਤ ਸੰਭਾਲ ਕਰਮਚਾਰੀਆਂ, ਮਾਪਿਆਂ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ। ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਨੇ ਸੱਚਮੁੱਚ ਉੱਥੇ ਜਾ ਕੇ ਸਿਹਤ ਸੰਭਾਲ ਕਰਮਚਾਰੀਆਂ ਨਾਲ ਗੱਲ ਕੀਤੀ ਅਤੇ ਵੇਖਿਆ ਕਿ ਉਹ ਕੀ ਕਰ ਰਹੇ ਹਨ। ਇੱਕ ਰਿਪੋਰਟ ਮੁਤਾਬਕ ਮਾਪੇ ਇਹ ਜਾਣਨਾ ਚਾਹੁੰਦੇ ਹਨ ਕਿ ਕੇਂਦਰੀ ਰਸੋਈ ਦੇ ਨਤੀਜੇ ਜਾਂ ਫੋਲੋ-ਅਪ ਕੀ ਹੋਵੇਗਾ। AHS ਇੰਸਪੈਕਟਰਾਂ ਨੂੰ ਸ਼ੱਕ ਹੈ ਕਿ ਕੇਂਦਰੀ ਰਸੋਈ ਈ ਕੋਲਾਈ ਫੈਲਣ ਦਾ ਸਰੋਤ ਹੈ, ਜਿਸ ਵਿੱਚ ਬੁੱਧਵਾਰ ਤੱਕ ਸ਼ੀਗਾ ਟੌਕਸਿਨ ਉਤਪਾਦਕ ਈ ਕੋਲਾਈ ਦੇ 310 ਲੈਬ ਪੁਸ਼ਟੀ ਕੇਸ ਸ਼ਾਮਲ ਹਨ। ਮਾਪਿਆਂ ਨੇ ਕਿਹਾ ਕਿ ਅਸੀਂ ਇਹ ਭਰੋਸਾ ਕਿਵੇਂ ਰੱਖ ਸਕਦੇ ਹਾਂ ਕਿ ਉਹ ਇਸ ਸੂਬੇ ਦੁਆਰਾ ਨਿਯੰਤਰਿਤ ਕਿਸੇ ਵੀ ਸਹੂਲਤ ਦੇ ਖਾਣ ਲਈ ਸੁਰੱਖਿਅਤ ਹਨ ਜਦੋਂ ਅਸੁਰੱਖਿਅਤ ਭੋਜਨ ਅਭਿਆਸਾਂ ਦੇ ਨਤੀਜੇ ਮੌਜੂਦ ਨਹੀਂ ਹਨ। ਕਾਰੋਬਾਰਾਂ ਨੂੰ ਜਾਰੀ ਰੱਖਣ ਦੀ ਯੋਗਤਾ ਜਨਤਾ, ਖਾਸ ਕਰਕੇ ਸਾਡੇ ਬੱਚਿਆਂ ਦੀ ਸੁਰੱਖਿਆ ਲਈ ਕਦੋਂ ਤਰਜੀਹ ਬਣੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇੱਕ ਵਾਰ ਜਦੋਂ ਸਾਡੇ ਕੋਲ ਜਾਂਚ ਦੇ ਨਤੀਜੇ ਆ ਜਾਂਦੇ ਹਨ, ਜੇ ਹੋਰ ਲੋੜ ਹੁੰਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਦੇਖਾਂਗੇ ਕਿ ਉਹ ਸਿਫਾਰਸ਼ਾਂ ਕੀ ਹਨ ਅਤੇ ਅਸੀਂ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਾਂ, ਜੇ ਅਸਲ ਵਿੱਚ ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਾਨੂੰ ਇਸ ਸਥਿਤੀ ਵਿੱਚ ਦੁਬਾਰਾ ਕਦੇ ਨਹੀਂ ਆਉਣਾ ਚਾਹੀਦਾ, ਇਸ ਲਈ ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਜਾਂਚ ਪੂਰੀ ਤਰ੍ਹਾਂ ਹੋਵੇ ਅਤੇ ਸਾਨੂੰ ਇਸ ਬਾਰੇ ਜਵਾਬ ਮਿਲੇ। ਕੈਲਗਰੀ ਜ਼ੋਨ ਦੇ ਸਿਹਤ ਦੇ ਮੈਡੀਕਲ ਅਫਸਰ ਡਾਕਟਰ ਫ੍ਰੈਂਕੋ ਰਿਜ਼ੂਟੀ ਨੇ ਕਿਹਾ ਕਿ ਹੈਲਥ ਇੰਸਪੈਕਟਰਾਂ ਦੁਆਰਾ ਪਾਈਆਂ ਗਈਆਂ ਉਲੰਘਣਾਵਾਂ ਨੂੰ ਅਕਸਰ ਤੁਰੰਤ ਠੀਕ ਕੀਤਾ ਜਾਂਦਾ ਹੈ। ਇੰਸਪੈਕਟਰ ਅਕਸਰ ਜਲਦੀ ਹੀ ਕਿਸੇ ਸਾਈਟ ਤੇ ਮੁੜ ਵਿਚਾਰ ਕਰਦੇ ਹਨ ਅਤੇ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਸਿੱਖਿਆ ਇੱਕ ਤਰਜੀਹੀ ਪਹੁੰਚ ਹੈ। ਲੀਬੀਆ ਦੇ ਡਰਨਾ ਵਿੱਚ ਹੜ੍ਹ ਕਾਰਨ 6000 ਲੋਕਾਂ ਦੀ ਮੌਤ ਹੋ ਗਈ ਹੈ, ਜਿੱਥੇ 10,000 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਮਲਬੇ ਹੇਠਾਂ ਦੱਬੇ ਹੋਏ ਹਨ ਅਤੇ ਬਚਾਅ ਕਰਮਚਾਰੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ 30,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਲਾਸ਼ਾਂ ਨੂੰ ਦਫਨਾਉਣ ਲਈ ਪਹਾੜੀ ਖੇਤਰਾਂ ਵਿੱਚ ਖੁਦਾਈ ਕੀਤੀ ਜਾ ਰਹੀ ਹੈ। ਇਸਲਾਮਿਕ ਪਰੰਪਰਾ ਅਨੁਸਾਰ ਮ੍ਰਿਤਕ ਦੇਹਾਂ ਨੂੰ 3 ਦਿਨਾਂ ਦੇ ਅੰਦਰ ਦਫਨਾਇਆ ਜਾਂਦਾ ਹੈ, ਜਿਸ ਲਈ ਲੋਕਾਂ ਦੀਆਂ ਅੰਤਿਮ ਰਸਮਾਂ ਜਲਦਬਾਜ਼ੀ ਵਿੱਚ ਕੀਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਲੀਬੀਆ 'ਚ ਇਹ ਤਬਾਹੀ ਤੂਫਾਨ ਡੈਨੀਅਲ ਕਾਰਨ ਹੋਈ ਹੈ। ਇਸ ਤਬਾਹੀ ਨੇ ਬਚਾਅ ਕਰਮਚਾਰੀਆਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ, ਕਿਉਂਕਿ ਬਚੇ ਹੋਏ ਲੋਕਾਂ ਨੂੰ ਲੱਭਣ ਲਈ ਸੜਕਾਂ ਤੇ ਮਲਬੇ ਨੂੰ ਸਾਫ਼ ਕਰਨਾ ਔਖਾ ਹੋ ਗਿਆ ਹੈ। ਤੂਫਾਨ ਕਾਰਨ ਸੰਚਾਰ ਸਾਧਨ ਵੀ ਪ੍ਰਭਾਵਿਤ ਹੋ ਰਹੇ ਹਨ। ਲੀਬੀਆ ਦੇ ਡਰਨਾ ਵਿੱਚ ਸਭ ਤੋਂ ਵੱਡੀ ਤਬਾਹੀ ਹੋਈ ਹੈ। ਇਹ ਸ਼ਹਿਰ ਲਗਭਗ ਲੱਖਾਂ ਲੋਕਾਂ ਦਾ ਘਰ ਹੈ, ਜਿੱਥੇ ਨਦੀ ਦੇ ਕੰਢੇ ਤੇ ਕਈ ਬਹੁ ਮੰਜ਼ਿਲਾ ਇਮਾਰਤਾਂ ਢਹਿ ਗਈਆਂ ਹਨ ਅਤੇ ਘਰ ਅਤੇ ਕਾਰਾਂ ਹੜ੍ਹ ਦੇ ਪਾਣੀ ਵਿੱਚ ਗਾਇਬ ਹੋ ਗਈਆਂ। ਡਰਨਾ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਅਤੇ ਗਰਮੀਆਂ ਵਿੱਚ ਆਮ ਤੌਰ ਤੇ ਇੱਕ ਸੁੱਕੀ ਨਦੀ ਦੇ ਬੈਂਡ ਦੁਆਰਾ ਵੰਡਿਆ ਜਾਂਦਾ ਹੈ, ਪਰ ਇਹ ਪਾਣੀ ਦੇ ਇੱਕ ਤੇਜ਼ ਵਹਾਅ ਵਿੱਚ ਬਦਲ ਗਿਆ, ਜਿਸ ਨਾਲ ਕਈ ਪੁਲ ਵੀ ਵਹਿ ਗਏ। ਇਹ ਤਬਾਹੀ ਪੂਰਬੀ ਲੀਬੀਆ ਦੇ ਹੋਰ ਹਿੱਸਿਆਂ ਵਿੱਚ ਵੀ ਹੋਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਹੁਣ ਜੋ ਬਾਈਡਨ ਵੀ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਅਮਰੀਕੀ ਸੰਸਦ ਦੇ ਸਪੀਕਰ ਕੇਵਿਨ ਮੈਕਾਰਥੀ ਨੇ ਉਹਨਾਂ ਦੇ ਖਿਲਾਫ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਾਂਚ ਸ਼ੁਰੂ ਹੋਣ ਤੋਂ ਬਾਅਦ ਵਾਈਟ ਹਾਊਸ ਨੇ ਬੀਤੇ ਬੁੱਧਵਾਰ ਨੂੰ ਬਾਈਡਨ ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਪ੍ਰੈਸ ਸਕੱਤਰ ਕੈਰਨ ਜੀਨ ਪੀਅਰੇ ਨੇ ਬਾਈਡਨ ਦੇ ਸਿਆਸੀ ਦੁਸ਼ਮਣਾਂ ਦੁਆਰਾ ਜਾਂਚ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਰਾਸ਼ਟਰਪਤੀ ਨੂੰ ਫਸਾਉਣ ਦੀ ਸਾਜ਼ਿਸ਼ ਹੈ। ਦੁਸ਼ਮਣਾਂ ਨੇ ਪੂਰਾ ਸਾਲ ਰਾਸ਼ਟਰਪਤੀ ਦੀ ਨਿਗਰਾਨੀ ਵਿੱਚ ਬਿਤਾਇਆ, ਪਰ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਿਆ। ਨਾਲ ਹੀ ਕਿਹਾ ਕਿ ਬਾਈਡਨ ਦੇ ਖਿਲਾਫ ਸਬੂਤ ਨਹੀਂ ਮਿਲੇ ਕਿਉਂਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਮੈਕਾਰਥੀ ਨੇ ਬਾਈਡਨ ਪਰਿਵਾਰ ਦੇ ਕਾਰੋਬਾਰੀ ਸੌਦਿਆਂ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਿਪਬਲਿਕਨਸ ਨੇ ਬਾਈਡਨ ਤੇ ਦੋਸ਼ ਲਗਾਇਆ ਕਿ ਉਹ 2009 ਤੋਂ 2017 ਤੱਕ ਅਮਰੀਕੀ ਰਾਸ਼ਟਰਪਤੀ ਰਹਿੰਦਿਆਂ ਆਪਣੇ ਬੇਟੇ ਹੰਟਰ ਬਾਈਡਨ ਨੂੰ ਵਿਦੇਸ਼ੀ ਕਾਰੋਬਾਰ 'ਚ ਲਾਭ ਪਹੁੰਚਾ ਰਹੇ ਹਨ। ਜੀਨ ਪੀਅਰੇ ਨੇ ਕਿਹਾ ਕਿ ਰਿਪਬਲਿਕਨਸ ਕੋਲ ਮਹਾਦੋਸ਼ ਜਾਂਚ ਨੂੰ ਮਨਜ਼ੂਰੀ ਦੇਣ ਲਈ ਵੋਟ ਲਈ ਸਦਨ ਵਿੱਚ ਲੋੜੀਂਦਾ ਸਮਰਥਨ ਵੀ ਨਹੀਂ ਹੈ। ਉਸਨੇ ਕਿਹਾ ਕਿ ਹਾਊਸ ਰਿਪਬਲਿਕਨਸ ਨੇ ਵੀ ਕਿਹਾ ਹੈ ਕਿ ਸਬੂਤ ਮੌਜੂਦ ਨਹੀਂ ਹਨ। ਪੀਅਰੇ ਨੇ ਕਿਹਾ ਕਿ ਇਹ ਸਿਰਫ ਇੱਕ ਸਿਆਸੀ ਸਟੰਟ ਸੀ, ਹਾਲਾਂਕਿ ਰਾਸ਼ਟਰਪਤੀ ਬਾਈਡਨ ਨੇ ਮਹਾਦੋਸ਼ ਦੀ ਜਾਂਚ ਤੇ ਕੁਝ ਨਹੀਂ ਕੀਤਾ ਹੈ।
ਇਸ ਤੋਂ ਇਲਾਵਾ ਮੈਕਾਰਥੀ ਨੇ ਮੰਗਲਵਾਰ ਨੂੰ ਅਮਰੀਕਾ ਦੇ ਕੈਪੀਟਲ ਹਿਲ 'ਚ ਕਿਹਾ ਕਿ ਮੈਂ ਅੱਜ ਸਦਨ ਦੀਆਂ ਕਮੇਟੀਆਂ ਨੂੰ ਰਾਸ਼ਟਰਪਤੀ ਬਾਈਡਨ ਖਿਲਾਫ ਮਹਾਦੋਸ਼ ਦੀ ਰਸਮੀ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦੇ ਰਿਹਾ ਹਾਂ। ਮੈਕਾਰਥੀ ਨੇ ਕਿਹਾ ਕਿ ਹਾਊਸ ਓਵਰਸਾਈਟ ਅਤੇ ਜਵਾਬਦੇਹੀ ਕਮੇਟੀ ਦੇ ਚੇਅਰਮੈਨ ਜੇਮਸ ਕਾਮਰ ਜਾਂਚ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜਿਮ ਜੋਰਡਨ ਅਤੇ ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੇ ਚੇਅਰਮੈਨ ਜੇਸਨ ਸਮਿਥ ਜੇਮਸ ਕਾਮਰ ਦੀ ਸਹਾਇਤਾ ਕਰਨਗੇ, ਜਦਕਿ ਵਾਈਟ ਹਾਊਸ ਨੇ ਮਹਾਦੋਸ਼ ਜਾਂਚ ਦਾ ਵਿਰੋਧ ਕੀਤਾ ਹੈ। ਹਿਊਸਟਨ ਦੇ ਇੱਕ ਫੈਡਰਲ ਜੱਜ ਨੇ ਅਮਰੀਕਾ ਲਿਆਂਦੇ ਗਏ ਹਜ਼ਾਰਾਂ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਵਾਲੀ ਫੈਡਰਲ ਨੀਤੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ, ਜਿਨ੍ਹਾਂ ਵਿੱਚ ਸੈਂਕੜੇ ਭਾਰਤੀ ਬੱਚੇ ਵੀ ਸ਼ਾਮਲ ਹਨ। ਅਮਰੀਕਾ ਦੇ ਜ਼ਿਲ੍ਹਾ ਅਦਾਲਤ ਦੇ ਜੱਜ ਐਂਡਰਿਊ ਹੈਨਨ ਦਾ ਫੈਸਲਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ ਦੇ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲਸ ਪ੍ਰੋਗਰਾਮ ਲਈ ਵੱਡਾ ਝਟਕਾ ਸੀ। ਜੱਜ ਨੇ ਲਿਖਿਆ ਕਿ ਅਦਾਲਤ ਨੇ ਪਹਿਲਾਂ ਵੀ ਅਜਿਹਾ ਹੀ ਫੈਸਲਾ ਸੁਣਾਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੇ ਸਾਰੇ DACA ਪ੍ਰਾਪਤਕਰਤਾਵਾਂ ਲਈ ਖਾਲੀ ਅਸਾਮੀਆਂ ਦੀ ਪ੍ਰਭਾਵੀ ਮਿਤੀ ਨੂੰ ਰੋਕ ਦਿੱਤਾ ਗਿਆ ਹੈ, ਜਿਨ੍ਹਾਂ ਨੇ 16 ਜੁਲਾਈ 2021 ਤੋਂ ਪਹਿਲਾਂ ਆਪਣੇ ਸ਼ੁਰੂਆਤੀ DACA ਦਰਜੇ ਨੂੰ ਪ੍ਰਾਪਤ ਕੀਤਾ ਸੀ। ਹੈਨਨ ਨੇ ਫੈਸਲਾ ਸੁਣਾਇਆ ਕਿ ਪ੍ਰਤੀਵਾਦੀ ਉਹਨਾਂ ਵਿਅਕਤੀਆਂ ਲਈ ਪ੍ਰੋਗਰਾਮ ਦਾ ਪ੍ਰਬੰਧਨ ਕਰਨਾ ਜਾਰੀ ਰੱਖ ਸਕਦੇ ਹਨ ਅਤੇ ਪ੍ਰਸ਼ਾਸਨ ਉਹਨਾਂ ਵਿਅਕਤੀਆਂ ਲਈ DACA ਨਵਿਆਉਣ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਦੇਣਾ ਜਾਰੀ ਰੱਖ ਸਕਦਾ ਹੈ। ਉੱਥੇ ਜੱਜ ਹੈਨਨ ਨੇ ਲਗਭਗ 5,80,000 ਲੋਕਾਂ ਲਈ ਦੇਸ਼ ਨਿਕਾਲੇ ਸੁਰੱਖਿਆ ਅਤੇ ਵਰਕ ਪਰਮਿਟਾਂ ਨੂੰ ਖਤਮ ਕਰਨ ਦੇ ਆਦੇਸ਼ ਦੇਣ ਤੋਂ ਪਰਹੇਜ਼ ਕੀਤਾ। ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੇਦਰ ਦੀ 2019 ਦੀ ਰਿਪੋਰਟ ਦੇ ਮੁਤਾਬਕ ਘੱਟੋ-ਘੱਟ 6,30,000 ਭਾਰਤੀ ਗੈਰ ਦਸਤਾਵੇਜ਼ਿਤ ਹਨ, ਜਿਨ੍ਹਾਂ ਵਿੱਚ 2010 ਤੋਂ ਬਾਅਦ 72% ਵਾਧਾ ਹੋਇਆ ਹੈ। ਮੌਜੂਦਾ ਸਮੇਂ 'ਚ ਘੱਟੋ-ਘੱਟ 4,300 ਸਰਗਰਮ ਦੱਖਣੀ ਏਸ਼ੀਆਈ DACA ਪ੍ਰਾਪਤਕਰਤਾ ਹਨ। ਅਗਸਤ 2018 ਤੱਕ ਲਗਭਗ 2,550 ਸਰਗਰਮ ਭਾਰਤੀ DACA ਪ੍ਰਾਪਤਕਰਤਾ ਹਨ। ਸਾਲਟ ਨੇ ਕਿਹਾ ਕਿ ਕੁੱਲ 20,000 DACA ਯੋਗ ਭਾਰਤੀਆਂ ਵਿੱਚੋਂ ਸਿਰਫ 13% ਅਜਿਹੇ ਭਾਰਤੀ ਨੇ ਜਿਨ੍ਹਾਂ ਨੇ DACA ਲਈ ਅਰਜ਼ੀ ਦਿੱਤੀ ਹੈ ਅਤੇ ਪ੍ਰਾਪਤ ਕੀਤੀ ਹੈ। 2012 ਤੋਂ DACA ਨੇ ਹਜ਼ਾਰਾਂ ਪ੍ਰਵਾਸੀਆਂ ਨੂੰ, ਜਿਨ੍ਹਾਂ ਨੇ ਕੁਝ ਸ਼ਰਤਾਂ ਪੂਰੀਆਂ ਕੀਤੀਆਂ ਹਨ, ਜਿਨ੍ਹਾਂ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੀ ਦੱਖਣੀ ਸਰਹੱਦ ਨੂੰ ਪਾਰ ਕੀਤਾ ਹੈ ਜਾਂ ਬੱਚਿਆਂ ਦੇ ਤੌਰ ਤੇ ਆਪਣੇ ਵੀਜ਼ਿਆਂ ਨੂੰ ਓਵਰਸਟੇਟ ਕੀਤਾ ਹੈ, ਨੂੰ ਦੇਸ਼ ਵਿੱਚ ਪ੍ਰਵਾਸ ਕਰਨ ਅਤੇ ਦੇਸ਼ ਨਿਕਾਲੇ ਦੇ ਡਰ ਤੋਂ ਬਿਨਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਵਾਈਟ ਹਾਊਸ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਨਿਰਾਸ਼ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ ਪੀਅਰੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ DACA ਦੇ ਦੱਖਣੀ ਟੈਕਸਾਸ ਵਿੱਚ ਜ਼ਿਲ੍ਹਾ ਅਦਾਲਤ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹਾਂ। ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਇੱਕ ਮੈਮੋਰੈਂਡਮ ਜਾਰੀ ਕੀਤਾ ਸੀ, ਜਿਸ ਵਿੱਚ ਫੈਡਰਲ ਸਰਕਾਰ ਨੂੰ DACA ਨੀਤੀ ਨੂੰ ਬਚਾਅ ਅਤੇ ਮਜ਼ਬੂਤ ਕਰਨ ਲਈ ਸਾਰੀਆਂ ਉਚਿਤ ਕਾਰਵਾਈਆਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਤਾਲਿਬਾਨ ਨੇ ਕਾਬੁਲ ਦੇ ਰਾਸ਼ਟਰਪਤੀ ਮਹਿਲ 'ਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਅਫਗਾਨਿਸਤਾਨ 'ਚ ਚੀਨ ਦੇ ਨਵੇਂ ਰਾਜਦੂਤ ਚਾਓ ਸ਼ੈਂਗ ਦਾ ਸਵਾਗਤ ਕੀਤਾ। ਚੀਨ, ਪਾਕਿਸਤਾਨ, ਈਰਾਨ ਅਤੇ ਰੂਸ ਸਮੇਤ ਉਹਨਾਂ ਮੁੱਠੀ ਭਰ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ 2021 ਵਿੱਚ ਤਾਲਿਬਾਨ ਦੇ ਮੁੜ ਤੋਂ ਦੇਸ਼ ਦਾ ਕਬਜ਼ਾ ਲੈਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਕੂਟਨੀਤਿਕ ਮੌਜੂਦਗੀ ਬਣਾਈ ਰੱਖੀ ਹੈ। ਪਹਿਲੇ ਸਮਾਰੋਹ ਵਿੱਚ ਤਾਲਿਬਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਨੇ ਚਾਓ ਨਾਲ ਹੱਥ ਮਿਲਾਇਆ ਅਤੇ ਨਵੇਂ ਚੀਨੀ ਰਾਜਦੂਤ ਦੇ ਪ੍ਰਮਾਣ ਪੱਤਰ ਸਵੀਕਾਰ ਕੀਤੇ, ਜਿਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਦੇ ਟਵਿੱਟਰ ਅਕਾਊਂਟ ਤੇ ਦਿੱਤੀ ਗਈ ਹੈ। ਤਾਲਿਬਾਨ ਦੇ ਬੁਲਾਰੇ ਜ਼ੰਬੀਉਲਾ ਮੁਜ਼ਾਹਿਦ ਨੇ ਬਿਆਨ ਵਿੱਚ ਕਿਹਾ ਕਿ ਇਸਲਾਮੀ ਅਮੀਰਾਤ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਚਾਓ ਸ਼ੇਂਗ ਦੀ ਰਾਜਦੂਤ ਵਜੋਂ ਨਿਯੁਕਤੀ ਲਈ ਚੀਨ ਦੀ ਅਗਵਾਈ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਹ ਨਿਯੁਕਤੀ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਸੰਬੰਧਾਂ ਨੂੰ ਉੱਚੇ ਪੱਧਰ ਤੇ ਵਧਾਏਗੀ ਅਤੇ ਇੱਕ ਨਵੇਂ ਅਧਿਆਇ ਦਾ ਸ਼ੁਰੂਆਤ ਕਰੇਗੀ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਚਾਓ ਨੇ ਕਿਹਾ ਕਿ ਚੀਨ ਅਫਗਾਨਿਸਤਾਨ ਦਾ ਇੱਕ ਚੰਗਾ ਗੁਆਂਢੀ ਹੈ ਅਤੇ ਅਫਗਾਨਿਸਤਾਨ ਦੀ ਆਜ਼ਾਦੀ, ਖੇਤਰੀ ਅਖੰਡਤਾ ਅਤੇ ਫੈਸਲੇ ਲੈਣ ਵਿੱਚ ਆਜ਼ਾਦੀ ਦਾ ਪੂਰਾ ਸਨਮਾਨ ਕਰਦਾ ਹੈ। ਚਾਓ ਨੇ ਅੱਗੇ ਕਿਹਾ ਕਿ ਚੀਨ ਦੀ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦੀ ਨੀਤੀ ਨਹੀਂ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਅਫਗਾਨਿਸਤਾਨ ਉਸ ਦਾ ਪ੍ਰਭਾਵ ਦਾ ਖੇਤਰ ਬਣੇ। ਮੁਜਾਹਿਦ ਦੇ ਅਨੁਸਾਰ ਤਾਲਿਬਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਚੰਗੇ ਪੱਧਰ ਤੇ ਹਨ ਅਤੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਕਦਮ ਚੁੱਕਣ ਦੀ ਉਮੀਦ ਜ਼ਾਹਰ ਕੀਤੀ ਹੈ। ਚੀਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਯੁਕਤੀ ਅਫਗਾਨਿਸਤਾਨ ਵਿੱਚ ਚੀਨ ਦੇ ਰਾਜਦੂਤ ਦੀ ਆਮ ਰੋਟੇਸ਼ਨ ਸੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਦਾ ਇਰਾਦਾ ਸੀ। ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਪ੍ਰਤੀ ਚੀਨ ਦੀ ਨੀਤੀ ਸਪਸ਼ਟ ਅਤੇ ਇਕਸਾਰ ਹੈ। ਚੀਨ ਅਫਗਾਨਿਸਤਾਨ ਦਾ ਇੱਕ ਗੁਆਂਢੀ ਹੈ ਜਿਸ ਵਿੱਚ ਖੇਤਰ ਵਿੱਚ ਕਾਫੀ ਨਿਵੇਸ਼ ਹੈ। ਅਗਸਤ 2021 ਵਿੱਚ ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਦੀ ਅਚਾਨਕ ਵਾਪਸੀ ਦੁਆਰਾ ਪੈਦਾ ਹੋਣ ਵਾਲੀਆਂ ਸੰਭਾਵੀ ਸੁਰੱਖਿਆ ਚੁਣੌਤੀਆਂ ਬਾਰੇ ਸਾਵਧਾਨ ਸੀ। ਉਦੋਂ ਤੋਂ ਚੀਨੀ ਅਧਿਕਾਰੀਆਂ ਨੇ ਅੱਤਵਾਦ ਵਿਰੋਧੀ ਸਹਿਯੋਗ, ਆਰਥਿਕ ਸਹਿਯੋਗ ਅਤੇ ਖੇਤਰੀ ਸਥਿਰਤਾ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਰਗੇ ਮੁੱਦਿਆਂ ਤੇ ਅਫਗਾਨਿਸਤਾਨ ਦੇ ਨਾਲ-ਨਾਲ ਹੋਰ ਖੇਤਰੀ ਗੁਆਂਢੀਆਂ ਨਾਲ ਵੱਧਦੇ ਸਹਿਯੋਗ ਤੇ ਜ਼ੋਰ ਦਿੱਤਾ ਹੈ।
ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।